ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਲੜੀਬੱਧ ਸ਼੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਦਾਈ ਨੇ ਆਣ ਕੇ ਦੌੜ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਹ ਖਬਰ ਸੁਣਾਈ ਹੈ ਕਿ ਸੱਚੇ ਪਾਤਸ਼ਾਹ ਤੁਹਾਡੇ ਘਰ ਦੇ ਵਿੱਚ ਸਪੁੱਤਰ ਨੇ ਜਨਮ ਲਿਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ, ਖਬਰ ਨੂੰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ ਨੇ। ਉਹਨਾਂ ਨੇ ਮਾਨੋ ਕਿ ਪਰਮੇਸ਼ਰ ਦਾ, ਅਕਾਲ ਪੁਰਖ ਦਾ ਧੰਨਵਾਦ ਕੀਤਾ ਹੈ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ਼ਨਾਨ ਪਾਣੀ ਕਰਕੇ ਆਪਣੇ ਆਸਣ ਦੇ ਉੱਤੇ ਬੈਠ ਗਏ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸੁਤ ਪਰਥਾਇ ਸ਼ਬਦ ਸ਼ੁਭ ਕੀਨੋ, ਮਹਾਪੁਰਖ ਅਵਤਾਰ ਸੁਜਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਪੈਦਾ ਹੋਣ ਦੇ ਬਾਰੇ ਮਾਨੋ ਕਿ ਗੁਰਬਾਣੀ ਦੇ ਸ਼ਬਦ ਉਚਾਰਨ ਕੀਤੇ, ਮਹਾਪੁਰਖ ਅਵਤਾਰ ਸੁਜਾਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਹੈ ਕਿ ਮਹਾਪੁਰਖ ਅਵਤਾਰ ਪੈਦਾ ਹੋਇਆ। ਅਨਕ ਨਰਨ ਪਰ ਪਾਰੇ ਉਪਕਾਰੀ, ਦੈਗੋ ਦੁਸ਼ਟਨ ਦੰਡ ਮਹਾਨ। ਮਾਨੋ ਕਿ ਅਨੇਕ ਮਨੁੱਖਾਂ ਦੇ ਉੱਤੇ ਪਰਉਪਕਾਰ ਕਰੇਗਾ ਔਰ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਵੱਡਾ ਦੰਡ ਦੇਵੇਗਾ। ਮੀਰੀ ਅਰ ਪੀਰੀ ਕੋ ਬਰਤੈ, ਨਈ ਰੀਤ ਬਿਦਤਾਏ ਜਹਾਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਮਨ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਵਿਚਾਰਾਂ ਸੋਚਦੇ ਨੇ ਕਿ ਮੀਰੀ ਤੇ ਪੀਰੀ ਦਾ ਮਾਲਕ ਹੋਵੇਗਾ, ਇਹਨਾਂ ਦੋਵਾਂ ਚੀਜ਼ਾਂ ਨੂੰ ਵਰਤੇਗਾ ਔਰ ਨਵੀਂ ਜਿਹੜੀ ਰੀਤੀ ਹੈ ਨਾ ਉਹ ਜੱਗ ਦੇ ਉੱਤੇ ਪ੍ਰਗਟ ਕਰੇਗਾ। ਪਹਿਰੈ ਸ਼ਸਤਰ ਤਖਤ ਪਰ ਬੈਠੈ, ਬੰਸ ਵਧਾਏ ਜੁਗਣ ਲਗ ਮਾਨ। ਇਸ ਤੋਂ ਇਲਾਵਾ ਸ਼ਸਤਰਾਂ ਨੂੰ, ਹਥਿਆਰਾਂ ਨੂੰ ਪਹਿਨੇਗਾ ਔਰ ਇਸ ਤੋਂ ਇਲਾਵਾ ਤਖਤ ਦੇ ਉੱਤੇ ਬੈਠੇਗਾ। ਇਸ ਤਰ੍ਹਾਂ ਕਰਕੇ ਮਾਨੋ ਕਿ ਆਪਣੇ ਵੰਸ਼ ਨੂੰ ਬਹੁਤ ਹੀ ਜ਼ਿਆਦਾ ਵਧਾਏਗਾ। ਜੁਗਣ ਲਗ ਮਾਨ, ਜੁਗਾਂ ਤੱਕ ਮਾਨੋ ਕਿ ਇਸੇ ਤਰੀਕੇ ਦੇ ਨਾਲ ਉਸ ਦਾ ਨਾਮ ਲਿਆ ਜਾਏਗਾ। ਕੁਲ ਭੂਖਣ ਦੁਖਣ ਰਿਪਨ, ਭੂਖਣ ਤੇਜ ਪਰ ਚੰਡ, ਤਿਮ ਦੁਸ਼ਟਨ ਖੈ ਕਰਨ ਕੋ ਦੇ ਸੰਗਰ ਮੈਂ ਡੰਡ। ਮਾਨੋ ਕਿ ਕੁਲ ਦਾ ਭੂਖਣ ਹੋਵੇਗਾ, ਕੁਲ ਦਾ ਗਹਿਣਾ ਹੋਵੇਗਾ। ਜਿਹੜੇ ਦੋਖੀ ਵੈਰੀ ਨੇ ਉਹਨਾਂ ਨੂੰ ਮਾਨੋ ਕਿ ਮਾਰਨ ਵਾਲਾ ਹੋਵੇਗਾ। ਤਾਮ ਦੁਸ਼ਟਨ ਖੈ ਕਰਨ ਕੋ ਸੰਗਰ ਮੈਂ ਡੰਡ। ਮਾਨੋ ਕਿ ਦੁਸ਼ਟ ਜਿਹੜੇ ਨੇ ਉਹ ਹਨੇਰੇ ਰੂਪੀ ਨੇ ਤੇ ਮਾਨੋ ਕਿ ਤਿੱਖੇ ਸੂਰਜ ਵਰਗੇ ਤੇਜ ਵਾਲਾ ਹੋਵੇਗਾ, ਜਿਹੜਾ ਕਿ ਦੁਸ਼ਟਾਂ ਰੂਪੀ ਹਨੇਰੇ ਨੂੰ ਖਤਮ ਕਰ ਦੇਵੇਗਾ। ਇਸ ਤਰੀਕੇ ਦੇ ਨਾਲ ਸੰਗਰ ਦੇ ਵਿੱਚ, ਮੈਦਾਨੇ ਜੰਗ ਦੇ ਵਿੱਚ ਇਹ ਦੁਸ਼ਟਾਂ ਨੂੰ ਮਾਰੇ। ਹਿਰਦੈ ਆਨੰਦ
बिलंद प्रभु मुकंद को और प्रेम, शब्द बदत सुख कंद, आसा राग सो गाए गुर। ग्रंथाकार भाई संतोख सिंह जी लिखते ने कि हिरदे दे विच बड़ा आनंद है वड्डा, जो कि सतगुरु अर्जन देव सच्चे पातशाह जी मुक्ति दे दाते ने। उन्हां दे मन दे विच वधेरे प्रेम है। उस वेले सुखां दे मूल सतगुरु अर्जन देव सच्चे पातशाह जी ने आसा राग दे विच फिर अपने पुत्र दे प्रथाए शब्द उचारण कीता। श्री मुख वाक आसा महला पंजवां। सतगुरु अर्जन देव सच्चे पातशाह जी अपनी गुरबाणी दे विच लिखदे ने, सतगुर साचै दिया भेज, चिर जीवन उपजा संजोग। उदरै माहे आए किया निवास, माता कै मन बहुत विगास। जम्या पूत भगत गोविंद का, प्रगट्या सब में लिखिया धुर का। रहाओ दसी मासी हुक्म बालक जन्म लिया, मिटया सोग महा आनंद थिया। गुरबाणी सखी आनंद गावै, साचे साहिब कै मन पावै। वदी वेल बहु पीढ़ी चाली, धर्म कला हर बंद बहाली। मन चिंदिया सतगुरु दिवाया, भये अचिंत एक लिव लाया। ज्यो बालक पिता ऊपर करे बहुमान, बुलाया बोले गुरु कै भाण। गुज्जी छन्नी नाही बात, गुर नानक तुठा कीनी दात। इस तरीके दे नाल सतगुरु अर्जन देव सच्चे पातशाह जी ने आसा राग दे विच शब्द उचारिया। इस तो इलावा सतगुरु अर्जन देव सच्चे पातशाह जी ने बिलावल राग दे विच भी शब्द उचारण कीता, जिस दा हवाला इस प्रकार है। बिलावल महला पंजवां। सगल आनंद किया परमेसर, अपना बिरद संभारिया। साध जना होए कृपाला, बिगसे सब परवारिया। कारज सतगुर आप सवारिया, वड्डी आरजा हर गोबिंद की। सुख मंगल कल्याण विचारिया। रहाओ वाण तृण त्रिभवन हरिया होए, सगले जीय सरारिया। मन इच्छे नानक फल पाए, पूरन इच्छ पुजारिया। इस तरीके दे नाल सतगुरु अर्जन देव सच्चे पातशाह जी ने अपने सपुत्र दे बारे गुरबाणी दे शब्द उचारण कीते। इस तो इलावा भाई गुरदास जी जिहड़े के महान सिख पंथ दे विद्वान ने, उन्हां ने सतगुरु हरगोबिंद सच्चे पातशाह जी दे अवतार दे बारे इस तरह लिखिया है। भाई गुरदास जी लिखते ने, पंज प्याले पंज पीर, छठवां पीर बैठा गुर भारी। चली पीढ़ी सोडियां रूप दिखावन वारो वारी। दल भंजन गुर सूरमा, बड़ जोधा बहु परोपकारी। इस तरीके दे नाल भाई गुरदास जी ने कथन किया है। इस तो इलावा नामधारी पंथ के महान जिहड़े विद्वान ने कवि जीवन सिंह जी, उन्होंने ने सतगुरु हरगोबिंद सच्चे पातशाह जी दे अवतार दे बारे इस तरह कथन किया है। 21 हाड़ 52 दी, अदियों रात टली सुखदाई। गंगा दी कुखोया, रब्बी जोत करी रोशनाई। कर मानुख दे आया, कर मानुख दे आया, जिसदा सब तो उच्चा द्वारा। कर सतगुर अर्जन दे, लीता हर गोबिंद अवतारा। कर सतगुर अर्जन दे, लीता हर गोबिंद अवतारा। कोमल जै चेहरे ते, दाई ने रब्बी रूप तकाया। उस माता गंगा नू खुशी विच एदां आख सुनाया। दुनिया दे लोकां तो, दुनिया दे लोकां तो, इस दा जलवा डिठा न्यारा। कर सतगुर अर्जन दे, लीता हर गोबिंद अवतारा। कर सतगुर अर्जन दे, लीता हर गोबिंद अवतारा। ला नाल कलेजे दे, खुशियां गंगा मात मनाइया। नैना दा नूर लबा, दिल विच हो गईयां रोशनाइयां। अपनी फुलवाड़ी दी, अपनी फुलवाड़ी दी, उसनू खिड़ी दिसी गुलजारा। कर सतगुर अर्जन दे,
ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਆਸਾਂ ਦੀਆਂ ਵੇਲਾਂ ਨੂੰ ਪੂਰੇ ਫਲ ਪਰਮੇਸ਼ਰ ਲਾਏ। ਪੁੱਤਰ ਦੀਆਂ ਖੁਸ਼ੀਆਂ ਦੇ ਗੁਰ ਅਰਜਨ ਨੇ ਸ਼ਬਦ ਅਲਾਏ। ਪੁੱਤਰ ਦੀਆਂ ਖੁਸ਼ੀਆਂ ਦੇ ਗੁਰ ਅਰਜਨ ਨੇ ਸ਼ਬਦ ਅਲਾਏ। ਕਹਿੰਦੇ ਅੱਜ ਵੇਲ ਵਧੀ, ਕਹਿੰਦੇ ਅੱਜ ਵੇਲ ਵਧੀ, ਹੋਇਆ ਸੋੜ ਬੰਸ ਉਜਿਆਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਮੁਖ ਵਾਕ ਜੋ ਸਾਧੂ ਦਾ ਰੱਬੀ ਹੁਕਮ ਨਹੀਂ ਜਾਂਦਾ ਖਾਲੀ। ਦੁਸ਼ਟਾਂ ਦੇ ਸਾਧਨ ਲਈ ਧਰਮ ਕਲਾ ਹਰ ਬੰਦ ਬਹਾਲੀ। ਸੂਰਜ ਸਚਾਈ ਦਾ, ਸੂਰਜ ਸਚਾਈ ਦਾ ਲੈ ਕੇ ਆਇਆ ਤਪ ਬਲ ਭਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਭਾਰਤ ਦੀ ਭੂਮੀ ਨੂੰ ਭਾਗ ਪਰਮੇਸ਼ਰ ਨੇ ਆਲਾਏ। ਜਸ ਗਾਏ ਅਪਚਰਾਂ ਨੇ ਤੇ ਫੁੱਲ ਦੇਵਤਿਆਂ ਬਰਖਾਏ। ਲక్ష్ਮੀ ਤੇ ਵਿਸ਼ਨੂੰ ਵੀ, ਲక్ష్ਮੀ ਤੇ ਵਿਸ਼ਨੂੰ ਵੀ ਹੋਵਣ ਸਦਕੇ ਤੇ ਬਲਿਹਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਹੈ ਨਗਰ ਵਡਾਲੀ ਦੀ ਸੋਭਾ ਤੀਨ ਲੋਕ ਤੋਂ ਨਿਆਰੀ। ਜੋ ਵਿੱਚ ਸਵੰਬਰ ਦੇ ਵਖਰੀ ਜਾਪੇ ਰਾਜ ਕੁਮਾਰੀ। ਆ ਸਜਦੇ ਕਰਨ ਲੱਗੇ, ਆ ਸਜਦੇ ਕਰਨ ਲੱਗੇ ਜੋਗੀ ਸਿੱਧ ਜਤੀ ਸਚਿਆਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਬਿਰਛਾਂ ਤੇ ਬੈਠੇ ਵੀ, ਬਿਰਛਾਂ ਤੇ ਬੈਠੇ ਵੀ ਪੰਛੀ ਗੀਤ ਖੁਸ਼ੀ ਦੇ ਬੋਲੇ। ਆਇਆ ਖੇੜਾ ਫੁੱਲਾਂ ਤੇ ਕੁੰਡ ਨਰਗਸ ਕਲੀਆਂ ਖੋਲੇ। ਝੁਕ ਗਏ ਚੰਨ ਤਾਰੇ ਵੀ, ਝੁਕ ਗਏ ਚੰਨ ਤਾਰੇ ਵੀ, ਡਿਠਾ ਉਹਨਾਂ ਨੇ ਚਮਕਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਫਿਰ ਚੜ੍ਹਦੇ ਸੂਰਜ ਨੇ, ਫਿਰ ਚੜ੍ਹਦੇ ਸੂਰਜ ਨੇ ਕੀਤੀ ਬੰਦਨਾ ਕਿਰਨਾਂ ਰਾਹੀਂ। ਉਸ ਦਾ ਪ੍ਰਕਾਸ਼ ਹੋਇਆ ਜਿਸ ਦੇ ਜਿਉਣ ਦਿਓ ਦੇ ਸਾਹੀ। ਸ਼ੇਸ਼ ਗਣੇਸ਼ ਤੇ ਸਾਰਸਵਤੀ, ਸ਼ੇਸ਼ ਗਣੇਸ਼ ਤੇ ਸਾਰਸਵਤੀ ਸਭ ਨੇ ਮੰਗਲਾਚਾਰ ਉਚਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਹਿ ਜੀਵਨ ਸਿੰਘ ਕਵੀ ਖੇੜਾ ਜਿਵੇਂ ਬਸੰਤ ਲਿਆਵੇ। ਆਗਮ ਗੁਰ ਛੇਵੇਂ ਦਾ ਸੰਗਤ ਜੈ ਜੈਕਾਰ ਉਚਾਰੇ। ਇਸ ਖੁਸ਼ੀ ਅਤੁਲਵੀਂ ਦਾ, ਇਸ ਖੁਸ਼ੀ ਅਤੁਲਵੀਂ ਦਾ ਕਥਿਆ ਜਾਏ ਨਾ ਪਾਰਾਵਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਇਸ ਤਰੀਕੇ ਦੇ ਨਾਲ ਕਵੀ ਜੀਵਨ ਸਿੰਘ ਜੀ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਅਵਤਾਰ ਲਿਆ ਉਸ ਨੂੰ ਬਿਆਨ ਕੀਤਾ ਹੈ। ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਸਨ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਸ਼ਬਦ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਦੇ ਵਿੱਚ ਅਲਾਏ। ਇੱਕ ਸ਼ਬਦ ਆਸਾ ਰਾਗ ਦੇ ਵਿੱਚ ਤੇ ਦੂਸਰਾ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਲਾਵਲ ਰਾਗ ਦੇ ਵਿੱਚ ਉਚਾਰਿਆ। ਸਤਿਗੁਰ ਨਾਨਕ ਦੀਨ ਸੁਤ
चिरजीवी जग माहे, चित पुत्र को शोक हर, मंगल आनंद उछाहे। ग्रंथाकार भाई संतोख सिंह जी लिखते ने कि सतगुरु नानक देव सच्चे पातशाह जी ने मानो कि कृपा कीती, चिरंजीवी जग दे विच जिउंदा रवे ऐसे पुत्र दी दात बख्शी। चेत पुत्र को शोक हर, मंगल आनंद उछाहे। मानो के पुत्र ना होण दा शोक सारियां ने दूर कीता ते सारियां ने खुशियां मनाइयां, मंगलाचार कीता। धर्म कला ते कुल चली, मन चिंदिया फल पाए। होए प्रसन्न नानक गुरु, दात न छपे छपाए। ग्रंथाकार भाई संतोख सिंह जी लिखते ने कि मानो धर्म दी जिहड़ी कला है ਉਹ ਵਰਤੀ ਹੈ, जिस दे नाल मन पाउंदे फल दी प्राप्ति हुई है। होए प्रसन्न नानक गुरु, दात ना छपै छपाई। मानो के सतगुरु नानक देव सच्चे पातशाह जी प्रसन्न होए ने, जिन्हां दी दात किसी भी तरीके दे नाल छुपाई नहीं जा सकती। गुज्जी छन्नी नाही बात, गुर नानक तुठा कीनी दात। सतगुरु अर्जन देव सच्चे पातशाह जी ने इस तरह लिखा है, भावें के वरदान बाबा बुढ़ा जी ने दिता, पर कहण तो भावे है कि पिछे सारी जिहड़ी किरपा सी ना, वो सतगुरु नानक देव सच्चे पातशाह जी दी सी। इस तरह बयान कीता है कवि जी ने, बुढ़ा साहिब साध जन, कृपा करी दिया नंद। बड़ी बैस कल्याण युत, होए है हर गोबिंद। सारे कहंदे ने कि बाबा बुढ़ा जी साध ने, जिन्हां ने बहुत वड्डी किरपा करके पुत्र दी दात दिती है। वड्डी इन्हां दी उम्र होवे, कल्याणकारी इन्हां दी उम्र होवे, ऐसे होण सतगुरु हरगोबिंद सच्चे पातशाह। इस तरह लोग कहंदे ने। आसा राग समय को लख कर, गायो शब्द प्रेम प्रभ नाल। कवि जी लिखते ने कि आसा राग दा समा विचार के, इस करके सतगुरु अर्जन देव सच्चे पातशाह जी ने पहला कहंदे ने कि प्रेम दे नाल आसा राग दे विच शब्द बनाया। दुती बिलावल मंगल सूचक, शब्द बनायो आनंद विसाल। एक ते आसा राग दे गाउण दा समा सी, इस करके सतगुरु अर्जन देव सच्चे पातशाह जी ने आसा राग दे विच शब्द लिखिया। ते कवि जी कहंदे ने कि दूसरा बिलावल राग दे विच उन्हां ने शब्द उचारण कीता, क्योंकि बिलावल जिहड़ा राग है वह मंगल दा सूचक है, खुशियां दा सूचक है। इस करके सतगुरु सच्चे पातशाह जी ने बड़े आनंद दे नाल बिलावल राग दे विच भी एक शब्द उचारिया। उत्सव एम होवत शुभ हरखत, भाई प्रभात उदत्यो अस माल। ग्रंथाकार भाई संतोख सिंह जी लिखते ने कि इस तरीके दे नाल स्त्रियां पुरुषां ने बहुत ही ज्यादा खुशियां मनाइयां। और इस तो बाद कवि जी कहंदे ने कि सवेर होई, सवेर दा सूरज चढ़िया। ग्राम समस्त बिखे सुध सुख दा, पण सुने आवे तत काल। सवेर दा सूरज चढ़न दे नाल ही मानो के सारे वडाली पिंड दे विच ये सुखमई जिहड़ी खबर है वो फैल गई है कि सतगुरु अर्जन देव सच्चे पातशाह जी दे ग्रह दे विखे सुपुत्र ने जन्म लिया। एक दूजे ने लोग कहंदे ने ते सुन सुन के काली दे नाल सतगुरु सच्चे पातशाह जी दे घर सारे पहुंचदे ने। बंधन वार हरत दल फूलन, अनक बरन की रच कर सोए। ग्रंथाकार भाई संतोख सिंह जी लिखते ने कि हरियां पत्तियां नू ते बहुत सारे रंग बिरंगे फुल्लां नू मेल के एक कहंदे ने कि परो के वड्डी सारी जिहड़ी माला सी ना वो बनाई गई। सिरी गुर घर दर पर बहु बंदी, लग दुंदब मदरी धुन होए। हरियां पत्तियां नू परो के ते रंग बिरंगे फुल्लां नू परो के एक वड्डी बंधनवार बनाई गई है, जिसनू के दरवाजे दे बाहर बन दिता गया है। आम ये पुराना रिवाज है
ਕਿ ਜਿਸ ਦੇ ਘਰ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਪੁੱਤਰ ਆਦਿਕ ਜਨਮ ਲੈਂਦਾ ਹੈ ਤੇ ਖੁਸ਼ੀ ਦੇ ਨਾਲ ਉਸ ਦੇ ਦਰਵਾਜ਼ੇ ਦੇ ਉੱਤੇ ਇਸ ਤਰ੍ਹਾਂ ਦੀ ਬੰਧਨਵਾਰ ਪੱਤਿਆਂ ਦੀ ਬੰਨ੍ਹ ਦਿੱਤੀ ਜਾਂਦੀ ਹੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਸੇ ਗੱਲ ਦਾ ਜ਼ਿਕਰ ਕਰਦੇ ਨੇ ਕਿ ਹਰਿਆਂ ਪੱਤਿਆਂ ਨੂੰ ਤੇ ਰੰਗ ਬਰੰਗੇ ਫੁੱਲਾਂ ਨੂੰ ਪਰੋ ਕੇ ਇੱਕ ਸੋਹਣੀ ਜਿਹੜੀ ਬੰਧਨਵਾਰ ਸੀ ਨਾ ਉਹ ਦਰਵਾਜ਼ੇ ਦੇ ਬਾਹਰ ਬੰਨ੍ਹ ਦਿੱਤੀ ਗਈ। ਇਸ ਤੋਂ ਇਲਾਵਾ ਲਗ ਦੁੰਦਬ ਮਦਰੀ ਧੁਨ ਹੋਏ, ਇਸ ਤੋਂ ਇਲਾਵਾ ਛੋਟੇ ਜਿਹੜੇ ਤੌਂਸੇ ਨੇ ਨਾ ਉਹਨਾਂ ਦੀ ਮਿੱਠੀ ਧੁਨ ਗੁੰਜਾਈ ਗਈ। ਅਬ ਲਾਲ ਲਲਤ ਕਲਤ ਬਾਰ ਬਸਤਰਨ ਜ਼ੇਵਰ ਜ਼ੇਵ ਅਜਾਇਬ ਜੋਏ। ਇਸ ਤੋਂ ਇਲਾਵਾ ਇਸਤਰੀਆਂ ਸੋਹਣੇ ਤੇ ਸ੍ਰੇਸ਼ਟ ਵਸਤਰਾਂ ਦੇ ਸਮੇਤ ਤੇ ਗਹਿਣਿਆਂ ਦੇ ਸਮੇਤ ਪਹੁੰਚੀਆਂ ਨੇ ਮਾਤਾ ਗੰਗਾ ਜੀ ਨੂੰ ਵਧਾਈ ਦੇਣ ਦੇ ਲਈ। ਦੇਤ ਬਧਾਈ ਆਪਸ ਮੈਂ ਮਿਲ ਬੋਲ ਹਰਖ ਭਰੀ ਸਭ ਕੋਏ। ਨਾਲੇ ਸਾਰੀਆਂ ਆਣ ਕੇ ਮਾਤਾ ਗੰਗਾ ਨੂੰ ਵਧਾਈਆਂ ਦਿੰਦੀਆਂ ਨੇ। ਇਸ ਤੋਂ ਇਲਾਵਾ ਆਪਸ ਦੇ ਵਿੱਚ ਵੀ ਉਹ ਵਧਾਈ ਦਾ ਸ਼ਬਦ ਕਹਿੰਦੀਆਂ ਨੇ ਤੇ ਬੜੀ ਖੁਸ਼ੀ ਦੇ ਨਾਲ ਭਰੀਆਂ ਹੋਈਆਂ ਸਾਰੀਆਂ ਬੋਲਦੀਆਂ। ਮ੍ਰਿਗ ਦ੍ਰਿਗ ਸ੍ਰਿਗ ਗ੍ਰੀਵਾ ਬਰ ਤਾਰੀ ਬੇਦ ਬਦਨੀ ਕਰ ਕਰ ਸ਼ੰਗਾਰ। ਹੁਣ ਗ੍ਰੰਥਾਕਾਰ ਜੀ ਉਹਨਾਂ ਇਸਤਰੀਆਂ ਦੀ ਸੋਭਾ ਬਿਆਨ ਕਰਦੇ ਨੇ ਕਿ ਕਿਸ ਤਰ੍ਹਾਂ ਦੀਆਂ ਔਰਤਾਂ ਨੇ ਜਿਹੜੀਆਂ ਖੁਸ਼ੀਆਂ ਮਨਾ ਰਹੀਆਂ ਨੇ ਔਰ ਵਧਾਈਆਂ ਦੇ ਰਹੀਆਂ ਨੇ। ਕਹਿੰਦੇ ਨੇ ਕਿ ਮ੍ਰਿਗਵਤ ਸੋਹਣੇ ਨੇਤਰਾਂ ਵਾਲੀਆਂ ਨੇ। ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਗਲਾਂ ਦੇ ਵਿੱਚ ਸੋਹਣੀਆਂ ਕੀਮਤੀ ਮਾਲਾ ਪਹਿਨੀਆਂ ਨੇ। ਬਰ ਧਾਰੀ ਬਿਦ ਬਦਨੀ ਕਰ ਕਰ ਸ਼ਿੰਗਾਰ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਉਹ ਜਿਹੜੀਆਂ ਔਰਤਾਂ ਨੇ ਉਹ ਚੰਦਰਮਾ ਵਰਗੇ ਮੁਖੜੇ ਵਾਲੀਆਂ ਸੋਹਣੀਆਂ ਨੇ। ਇਸ ਤਰ੍ਹਾਂ ਸ਼ਿੰਗਾਰ ਲਾ ਕੇ ਉਹ ਸਾਰੀਆਂ ਪਹੁੰਚੀਆਂ ਨੇ। ਕੋਕਲ ਕੰਠੀ ਗਾਵਹਿ ਗੀਤਨ ਦੇਤ ਪਰਸ ਪਰ ਹਸ ਹਸ ਗਾਰ। ਇਸ ਤੋਂ ਇਲਾਵਾ ਕਵੀ ਜੀ ਕਹਿੰਦੇ ਨੇ ਕਿ ਉਹਨਾਂ ਇਸਤਰੀਆਂ ਦੇ ਜਿਹੜੇ ਗਲੇ ਨੇ ਉਹ ਮਾਨੋ ਕਿ ਕੋਇਲ ਵਰਗੇ ਸੁਰੀਲੇ ਨੇ ਔਰ ਇਸ ਤਰੀਕੇ ਦੇ ਨਾਲ ਮਿੱਠੇ ਗੀਤਾਂ ਨੂੰ ਗਾ ਗਾ ਕੇ ਉਹ ਪਰਸਪਰ ਇੱਕ ਦੂਜੇ ਨੂੰ ਗਾਲਾਂ ਕੱਢ ਰਹੀਆਂ ਨੇ। ਕਹਿਣ ਤੋਂ ਭਾਵ ਹੈ ਕਿ ਸਿੱਠਣੀਆਂ ਦੇ ਰਹੀਆਂ। ਦੇਵ ਬਦੂਟੀ ਕਪਟ ਬੇਸਤਰ ਮਦਰ ਮਦਰ ਸੁਰ ਮੰਗਲ ਚਾਰ। ਕਵੀ ਜੀ ਕਹਿੰਦੇ ਨੇ ਕਿ ਦੇਵਤਿਆਂ ਦੀਆਂ ਜਿਹੜੀਆਂ ਨਾਰਾਂ ਨੇ ਜਿਹੜੀਆਂ ਅਪਛਰਾਂ ਨੇ ਉਹ ਵੀ ਮਾਨੋ ਕਿ ਹੋਰ ਵੇਸਾਂ ਨੂੰ ਧਾਰਨ ਕਰ ਕਰਕੇ ਮਦਰ ਮਦਰ ਬੜੇ ਮਿੱਠੇ ਜਿਹੜੇ ਗੀਤ ਨੇ ਉਹਨਾਂ ਨੂੰ ਗਾ ਰਹੀਆਂ ਨੇ। ਇਸ ਤਰੀਕੇ ਦੇ ਨਾਲ ਮਾਨੋ ਕਿ ਸਵਰਗ ਦੇ ਵਿੱਚ ਵੀ ਸੁਰਾਂ ਦੇ ਮੰਡਲ ਦੇ ਵਿੱਚ ਵੀ ਮੰਗਲਾਚਾਰ ਹੋ ਰਿਹਾ ਹੈ, ਖੁਸ਼ੀਆਂ ਹੋ ਰਹੀਆਂ। ਭਾਈ ਪੀਰ ਕੋ ਸਕੈ ਪਛਾਣ ਨਾ ਸੁੰਦਰ ਮੰਦਰ ਜੁਤ ਬਿਸਤਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਘਰ ਦੇ ਵਿੱਚ ਇੰਨੀ ਜ਼ਿਆਦਾ ਲੋਕਾਂ ਦੀ ਭੀੜ ਲੱਗ ਗਈ ਹੈ ਕਿ ਮਾਨੋ ਕੋਈ ਪਛਾਣਿਆ ਨਹੀਂ ਜਾਂਦਾ, ਕਿਸੇ ਨੂੰ ਲੱਭਣਾ ਹੋਵੇ ਤੇ ਲੱਭਿਆ ਨਹੀਂ ਜਾਂਦਾ। ਇਸ ਤਰੀਕੇ ਦੇ ਨਾਲ ਭੀੜ ਪਸਰ ਗਈ। ਗਗਨ ਗੋਪ ਹੋਏ ਸੁਰ ਬਾਰੇ ਆਏ ਗੁਰ ਮੰਦਰ ਕੋ ਚਰਚ ਚਾਰ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਗਗਨ ਦੇ ਵਿੱਚ ਆਕਾਸ਼ ਦੇ ਵਿੱਚ ਮਾਨੋ ਕਿ ਗੈਬੀ ਤਰੀਕੇ ਦੇ ਨਾਲ ਜਿੰਨੇ ਵੀ ਦੇਵਤੇ ਨੇ ਉਹ ਆ ਗਏ ਨੇ ਗੁਰੂ ਕੇ ਮੰਦਰ ਦੇ ਉੱਤੇ, ਗੁਰੂ ਕੇ ਘਰ ਦੇ ਉੱਤੇ। ਉਹਨਾਂ ਨੇ ਬਹੁਤ ਸਾਰਾ ਮਾਨੋ ਕਿ ਕੋਲਾਹਲ ਮਚਾਇਆ। ਮੰਜਲ ਫੂਲਣ ਅੰਜਲ ਭਰ ਭਰ ਚੰਦਨ ਕੇਸਰ ਘਸ ਘਸ ਡਾਰ। ਉਹ ਜਿਹੜੇ ਦੇਵਤੇ ਆਣ ਕੇ ਆਕਾਸ਼ ਦੇ ਵਿੱਚ ਗੁਪਤ ਰੂਪ ਦੇ ਨਾਲ ਵਿਚਰ ਰਹੇ ਨੇ। ਕਵੀ ਜੀ ਕਹਿੰਦੇ ਨੇ ਕਿ ਉਹਨਾਂ ਨੇ ਉਜਲ ਫੁੱਲਾਂ ਦੇ ਭਰ ਭਰ ਕੇ ਜਿਹੜੇ ਬੁੱਕ ਸੀ ਉਹ ਸਤਿਗੁਰਾਂ ਦੇ ਘਰ ਦੇ ਉੱਤੇ ਸੁੱਟੇ ਨੇ। ਇਸ ਤੋਂ ਇਲਾਵਾ ਚੰਦਨ ਤੇ ਕੇਸਰ ਵੀ ਛਿੜਕਿਆ ਗਿਆ। ਧੂਫ ਤੁਖਾਵਤ ਬੰਧਨ ਤਾਰਤ ਕਰਤ ਸੁਤਤ ਕੋ ਬਚਨ ਉਚਾਰ। ਇਸ ਤੋਂ ਇਲਾਵਾ ਉਹਨਾਂ ਨੇ ਧੂਫ ਤਖਾਈ ਹੈ। ਧੂਫ ਤਖਾਉਣ ਤੋਂ ਬਾਅਦ ਸਾਰੇ ਜਿਹੜੇ ਦੇਵਤੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਨੇ। ਸਤਿਗੁਰਾਂ ਦੇ ਚਰਨਾਂ ਦੇ ਉੱਤੇ ਉਹਨਾਂ ਨੇ ਨਮਸਕਾਰ ਕੀਤੀ ਹੈ ਤੇ ਫਿਰ ਸਤਿਗੁਰਾਂ ਦੇ ਸਨਮੁਖ ਉਹਨਾਂ ਨੇ ਉਸਤਤੀ ਦੇ ਜਿਹੜੇ ਬਚਨ ਸੀ ਨਾ ਉਹ ਉਚਾਰੇ। ਭਾਣ ਗਿਆਨ ਕੇ ਸ਼ਾਂਤ ਰੂਪ ਭਰ ਸਤ ਸੰਤੋਖ ਛਿਮਾ ਗੁਣ ਬ੍ਰਿੰਦ।
ਭਾਵੇਂ ਕਿ ਜਿਹੜੇ ਦੇਵਤੇ ਨੇ ਉਹ ਹੋਰ ਕਿਸੇ ਨੂੰ ਦਿਖਾਈ ਨਹੀਂ ਦਿੱਤੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਦੇਖਿਆ। ਉਹਨਾਂ ਨੇ ਆਣ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ ਤੇ ਫਿਰ ਉਹਨਾਂ ਨੇ ਉਸਤਤੀ ਦੇ ਵਚਨ ਇਸ ਤਰ੍ਹਾਂ ਕੀਤੇ ਨੇ। ਕਹਿੰਦੇ ਨੇ ਭਾਣ ਗਿਆਨ ਕੇ ਸ਼ਾਂਤ ਰੂਪ ਭਰ, ਕਹਿੰਦੇ ਨੇ ਕਿ ਗਿਆਨ ਦੇ ਸੂਰਜ ਔਰ ਸ਼ਾਂਤੀ ਦਾ ਰੂਪ, ਸਤ ਸੰਤੋਸ਼ ਛਿਮਾ ਗੁਣ ਬ੍ਰਿੰਦ। ਕਹਿਣ ਤੋਂ ਭਾਵੇਂ ਹੈ ਕਿ ਤੁਹਾਡੇ ਘਰ ਦੇ ਵਿੱਚ ਜਿਹੜਾ ਪੁੱਤਰ ਜਨਮਿਆ ਹੈ ਉਹ ਮੰਨੋ ਕਿ ਗਿਆਨ ਦਾ ਸੂਰਜ ਹੈ ਔਰ ਸ਼ਾਂਤੀ ਦਾ ਰੂਪ ਹੈ, ਔਰ ਇਸ ਤੋਂ ਇਲਾਵਾ ਸਤ ਸੰਤੋਖ ਤੇ ਖਿਮਾ ਇਹ ਉਹਦੇ ਵਿੱਚ ਦੈਵੀ ਗੁਣ ਨੇ। ਸ੍ਰੀ ਅਰਜਨ ਸਿਰ ਜਨ ਸੁਖ ਦਾਸਨ, ਮਹਿਮਾ ਮਹਾ ਚਰਨ ਅਰਬਿੰਦ। ਦੇਵਤੇ ਹੱਥ ਜੋੜ ਕੇ ਕਹਿੰਦੇ ਨੇ ਕਿ ਇਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਇਹ ਦੁਨੀਆ ਦੇ ਰਚਨਹਾਰ, ਦਾਸਨ ਮਹਿਮਾ ਮਹਾ ਚਰਨ ਅਰਬਿੰਦ। ਦਾਸ ਸਾਰੇ ਦੇ ਸਾਰੇ ਤੁਹਾਡੇ ਚਰਨਾਂ ਦੀ ਮਹਿਮਾ ਵੱਡੀ ਬਿਆਨ ਕਰਦੇ ਨੇ। ਕੇਵਲ ਨਰਨ ਕਲਿਆਣ ਕਾਰਨ, ਕਾਇਆ ਧਰੀ ਸੁਛੰਦ ਮੁਕੰਦ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸਿਫਤ ਦੇ ਵਿੱਚ ਦੇਵਤੇ ਕਹਿੰਦੇ ਨੇ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਰਫ ਤੇ ਸਿਰਫ ਮਨੁੱਖਾਂ ਦਾ ਕਲਿਆਣ ਕਰਨ ਦੇ ਵਾਸਤੇ, ਉਹਨਾਂ ਦਾ ਉਧਾਰ ਕਰਨ ਦੇ ਵਾਸਤੇ ਤੁਸੀਂ ਆਪਣੇ ਸਰੀਰ ਨੂੰ ਧਾਰਨ ਕੀਤਾ ਹੋਇਆ ਹੈ। ਤੁਸੀਂ ਸੁਛੰਦ ਹੋ, ਆਪਣੀ ਸਵੈ ਮਰਜ਼ੀ ਦੇ ਮਾਲਕ ਹੋ ਔਰ ਮੁਕੰਦ ਹੋ, ਮੁਕਤੀ ਦੇ ਦਾਤੇ ਹੋ। ਜਨਮਿਓ ਪੁੱਤਰ ਆਪ ਕੋ ਜੋਦਾ, ਰਣ ਪ੍ਰਿਯ ਨਾਮ ਸੋ ਹਰਿ ਗੋਬਿੰਦ। ਕਹਿੰਦੇ ਨੇ ਕਿ ਤੁਹਾਡੇ ਘਰ ਦੇ ਵਿੱਚ ਐਸਾ ਪੁੱਤਰ ਜਨਮਿਆ ਹੈ ਜਿਹੜਾ ਕਿ ਵੱਡਾ ਸੂਰਮਾ ਹੈ, ਵੱਡਾ ਯੋਧਾ ਹੈ, ਜਿਸ ਦਾ ਕਿ ਮੰਨੋ ਕਿ ਰਣ ਕਰਨ ਦੇ ਵਿੱਚ, ਜੰਗ ਲੜਨ ਦੇ ਵਿੱਚ ਪ੍ਰੇਮ ਹੋਵੇਗਾ। ਨਾਮ ਜਿਸ ਦਾ ਹਰਿ ਗੋਬਿੰਦ ਹੈ। ਦਾਹਕ ਦੁਸ਼ਟਨ ਗ੍ਰਾਹਕ ਗੁਣ ਕੋ, ਚਾਹਕ ਧਰਮ ਸੋ ਬਾਹੂ ਜਵਾਨ। ਦੇਵਤੇ ਕਹਿੰਦੇ ਨੇ ਕਿ ਦਾਹਕ ਦੁਸ਼ਟਨ, ਦੁਸ਼ਟਾਂ ਨੂੰ ਮਾਨੋ ਕਿ ਸਾੜਨ ਵਾਲਾ ਹੋਵੇਗਾ। ਗ੍ਰਾਹਕ ਗੁਣ ਕੋ, ਗੁਣਾ ਦਾ ਗਾਹਕ ਹੋਵੇਗਾ। ਚਾਹਕ ਧਰਮ, ਧਰਮ ਦਾ ਚਾਹਵਾਨ ਹੋਵੇਗਾ। ਸੋ ਬਾਹੋ ਜਵਾਨ, ਔਰ ਇਸ ਤੋਂ ਇਲਾਵਾ ਬੜਾ ਜਵਾਨ ਹੋਵੇਗਾ। ਉਹਦੀਆਂ ਬਾਹਾਂ ਬਹੁਤ ਲੰਮੀਆਂ ਹੋਣਗੀਆਂ, ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਹੁੰਦਾ ਹੈ ਆਜਾਨ ਬਾਹ, ਜਿਹਦੀਆਂ ਆਜਾਨ ਬਾਹਾਂ ਹੋਣ, ਬੜੀਆਂ ਲੰਮੀਆਂ ਬਾਹਾਂ ਹੋਣ। ਆਜਾਨ ਬਾਹ ਸਾਹਾਨ ਸਾਹ, ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦਾ ਪਾਠ ਹੁੰਦਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਦੇਵਤੇ ਕਹਿੰਦੇ ਨੇ ਕਿ ਦੁਸ਼ਟਾਂ ਨੂੰ ਸਾੜਨ ਵਾਲਾ ਹੋਵੇਗਾ, ਗੁਣਾਂ ਦਾ ਗਾਹਕ ਹੋਵੇਗਾ, ਧਰਮ ਦਾ ਚਾਹਵਾਨ ਹੋਵੇਗਾ, ਔਰ ਉਹ ਬੜਾ ਬਲਵਾਨ ਹੋਵੇਗਾ, ਜਿਹਦੀਆਂ ਬਾਹਾਂ ਬੜੀਆਂ ਲੰਮੀਆਂ ਹੋਣਗੀਆਂ। ਸ਼ਾਸਤਰ ਧਰੈ ਸੰਗਰਾਮ ਕਰੈ ਵੱਡ, ਹਣ ਤੁਰਕ ਕੋ ਦਲ ਬਲਵਾਨ। ਸ਼ਸਤਰਾਂ ਨੂੰ ਧਾਰਨ ਕਰੇਗਾ, ਵੱਡੇ ਵੱਡੇ ਸੰਗਰਾਮ ਕਰੇਗਾ, ਵੱਡੇ ਵੱਡੇ ਯੁੱਧ ਕਰੇਗਾ, ਔਰ ਉਹਨਾਂ ਯੁੱਧਾਂ ਦੇ ਵਿੱਚ ਤੁਰਕਾਂ ਦਾ ਨਾਸ ਕਰੇਗਾ। ਦਲ ਬਲਵਾਨ, ਤੁਰਕਾਂ ਦੇ ਜਿਹੜੇ ਵੱਡੇ ਭਾਰੀ ਦਲ ਨੇ ਉਹਨਾਂ ਦਾ ਉਹ ਨਾਸ ਕਰੇਗਾ। ਦੀਨਨ ਦਾਸਨ ਸਾਹਤ ਉਪਾਸਨ, ਤਿਨ ਕੋ ਰਛਕ ਹੋਏ ਮਹਾਨ। ਮਾਨੋ ਕਿ ਦੁਸ਼ਟਾਂ ਦਾ ਤੇ ਨਾਸ ਕਰਨ ਵਾਲੇ ਹੋਣਗੇ, ਪਰ ਦੀਨਾਂ ਦੀ, ਗਰੀਬਾਂ ਦੀ ਪੁਕਾਰ ਨੂੰ ਸੁਣ ਕੇ ਉਹਨਾਂ ਦੀ ਮਾਨੋ ਕਿ ਰੱਛਿਆ ਵੱਡੀ ਕਰਨਗੇ। ਨਹੀਂ ਅਰਨ ਕੋ ਅਰਨ ਦੇਹਗੇ, ਅਰਨ ਕਰ ਰਣ ਅਰਨ ਸਮਾਨ। ਦੇਵਤੇ ਕਹਿੰਦੇ ਨੇ ਕਿ ਕਿਸੇ ਵੀ ਵੈਰੀ ਨੂੰ ਆਪਣੇ ਸਾਹਮਣੇ ਉਹ ਅੜਨ ਨਹੀਂ ਦੇਣਗੇ। ਇਸ ਤੋਂ ਇਲਾਵਾ ਮਾਨੋ ਕਿ ਐਸਾ ਘਮਸਾਣ ਦਾ ਯੁੱਧ ਕਰਨਗੇ ਕਿ ਜਿਸ ਯੁੱਧ ਦੇ ਵਿੱਚ ਬਹੁਤਾ ਸਾਰਾ ਖੂਨ ਡੁੱਲੇਗਾ। ਮਾਨੋ ਕਿ ਇਸ ਤਰੀਕੇ ਦੇ ਨਾਲ ਵੈਰੀਆਂ ਦੇ ਖੂਨ ਦੇ ਨਾਲ ਉਹ ਰਣ ਭੂਮੀ ਨੂੰ ਲਾਲੋ ਲਾਲ ਕਰ ਦੇਣਗੇ। ਨਮਸਕਾਰ ਕਰ ਸੁਰਗ ਸਿਧਾਰੇ, ਗੁਰ ਕੇ ਚਰਤ ਉਚਾਰਤ ਜਾਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਜਿਹੜੇ ਦੇਵਤੇ ਸੀ ਉਹ ਸਿਫਤ ਨੂੰ ਕਹਿੰਦੇ ਕਹਿੰਦੇ ਆਕਾਸ਼ ਮੰਡਲ ਦੇ ਵਿੱਚ ਸਤਿਗੁਰਾਂ ਦੇ ਚਰਿੱਤਰ ਨੂੰ ਬਿਆਨ ਕਰਦੇ ਕਰਦੇ ਚਲੇ ਗਏ। ਜਾਚਕ ਜਾਚਤ ਜੋ ਚਿਤ ਬਾਂਛਤ, ਗੁਰ ਅਰਜਨ ਮਨ ਮਹਿਦ ਉਦਾਰ।
ਕਵੀ ਜੀ ਲਿਖਦੇ ਨੇ ਕਿ ਜਿਹੜੇ ਜਾਚਕ ਨੇ, ਜਿਹੜੇ ਮੰਗਣ ਵਾਲੇ ਨੇ, ਉਹ ਕਹਿੰਦੇ ਨੇ ਕਿ ਆਪਣੀਆਂ ਮੰਗਾਂ ਆਣ ਕੇ ਰੱਖਦੇ ਨੇ ਤੇ ਜੋ ਮੰਗਦੇ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੈਸਾ ਹੀ ਉਹਨਾਂ ਨੂੰ ਦਾਨ ਦਿੰਦੇ ਨੇ, ਬੜੇ ਉਦਾਰ ਹੋ ਕੇ, ਬੜੀ ਖੁੱਲ ਦਿਲੀ ਦੇ ਨਾਲ। ਢਾਡੀ ਢੋਮ ਪਾਟ ਬਹੁ ਆਏ, ਗਾਏ ਕਲਾਵਤ ਮੰਗਲ ਚਾਰ। ਬੜੇ ਢਾਡੀ ਡੋਮ ਔਰ ਪਾਟ ਬਹੁ ਆਏ, ਕਹਿਣ ਤੋਂ ਭਾਵ ਹੈ ਕਿ ਜਸ ਦੇ ਗਵਈਏ ਆਏ ਨੇ, ਮਿਰਾਸੀ ਤੇ ਪੱਟ ਆਏ ਨੇ, ਜਿਨ੍ਹਾਂ ਨੇ ਮਾਨੋ ਕਿ ਮੰਗਲਾਚਾਰ ਦੇ ਗੀਤ ਗਾਏ। ਦਰਬ ਦੀਨ ਲੈ ਆਸ਼ਿਕ ਉਚਰਤ, ਜੀਵੋ ਜੁਗ ਜੁਗ ਪੁੱਤਰ ਤਮਾਰ। ਨਾਲੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਦਾਨ ਲੈਂਦੇ ਨੇ, ਨਾਲੇ ਉਹ ਸਾਰੇ ਦੇ ਸਾਰੇ ਅਸੀਸ ਦਿੰਦੇ ਨੇ ਕਿ ਜੀਵੈ ਜੁਗ ਜੁਗ ਪੁੱਤਰ ਤਮਾਰ, ਕਿ ਤੁਹਾਡਾ ਪੁੱਤਰ ਜੁਗਾਂ ਜੁਗਾਂ ਤੱਕ ਜਿਉਂਦਾ ਰਹੇ। ਵਸਤਰ ਅੰਨ ਭੂਖਣ ਤੇ ਆਦਕ, ਬਖਸ਼ੈ ਗੁਰੂ ਨ ਲਾਵੇਂ ਬਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੰਗਣ ਵਾਲਿਆਂ ਨੂੰ ਬੜੇ ਕੀਮਤੀ ਵਸਤਰ ਦਿੰਦੇ ਨੇ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਅੰਨ ਦਿੰਦੇ ਨੇ। ਇਸ ਤੋਂ ਇਲਾਵਾ ਗਹਿਣੇ ਤੱਕ ਵੀ ਬਖਸ਼ਿਸ਼ ਦੇ ਰੂਪ ਦੇ ਵਿੱਚ ਦੇ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਰੀ ਨਹੀਂ ਲਾਉਂਦੇ। ਤੁਰ ਹੀ ਢੋਲ ਨਗਾਰੇ ਬਾਜਹਿ, ਮ੍ਰਿਦਲ ਮ੍ਰਿਦਲ ਰਬਾਬ ਸਤਾਰ। ਕਹਿੰਦੇ ਨੇ ਕਿ ਤੁਰਹੀਆਂ ਵਜਾਈਆਂ ਜਾਂਦੀਆਂ ਨੇ, ਤੂਤੀਆਂ ਵੱਜਦੀਆਂ ਨੇ, ਢੋਲ ਵੱਜਦੇ ਨੇ, ਨਗਾਰੇ ਵੱਜਦੇ ਨੇ। ਇਸ ਤੋਂ ਇਲਾਵਾ ਮਿੱਠੀ ਮਿੱਠੀ ਕੋਮਲ ਧੁਨੀ ਦੇ ਨਾਲ ਜਿਹੜੀ ਮਿਰਦੰਗ ਹੈ ਉਹ ਵੀ ਵੱਜਦੀ ਹੈ। ਇਸ ਤੋਂ ਇਲਾਵਾ ਰਬਾਬ ਤੇ ਸਿਤਾਰ, ਇਹ ਸਾਰੇ ਦੇ ਸਾਰੇ ਸਾਜ਼ ਵੱਜ ਰਹੇ ਨੇ। ਗਾਵੇਂ ਸ਼ਬਦ ਰਬਾਬੀ ਰਾਗਨ, ਸਤਨਾਮ ਕੋ ਜਸ ਵਿਸਤਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਜਿਹੜੇ ਰਬਾਬੀ ਨੇ ਉਹ ਸੋਹਣੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰ ਰਹੇ ਨੇ, ਜਿਸ ਗੁਰਬਾਣੀ ਦੇ ਸ਼ਬਦਾਂ ਦੇ ਵਿੱਚ ਮਾਨੋ ਕਿ ਸੱਚੇ ਪਰਮੇਸ਼ਰ ਦੇ ਨਾਮ ਦੇ ਜਸ ਦਾ ਬਹੁਤਾ ਵਿਸਥਾਰ ਹੈ। ਭਾਇਓ ਕੋਲਾਹਲ ਕੌਤਕ ਦੇਖ, ਭਾਵੇਂ ਨਟ ਬਾਜੀ ਹਿਤ ਧਾਰ। ਇਸ ਤਰੀਕੇ ਦੇ ਨਾਲ ਬੜਾ ਕੋਲਾਹਲ ਹੋ ਰਿਹਾ ਹੈ, ਬੜਾ ਸ਼ੋਰ ਸ਼ਰਾਬਾ ਮਚਿਆ ਹੋਇਆ ਹੈ। ਇਸ ਤੋਂ ਇਲਾਵਾ ਜਿਹੜੇ ਮਦਾਰੀ ਨੇ, ਜਿਹੜੇ ਬਾਜੀਗਰ ਨੇ, ਉਹ ਵੀ ਅਨੇਕ ਤਰ੍ਹਾਂ ਦੀਆਂ ਬਾਜੀਆਂ ਪਾ ਪਾ ਕੇ ਲੋਕਾਂ ਨੂੰ ਦਿਖਾ ਰਹੇ ਨੇ। ਅਪਰ ਸਿੱਖ ਸੇਵਕ ਤਨ ਲੈ ਕੋ, ਮੰਗਲ ਜੈ ਜੈਕਾਰ ਉਚਾਰ। ਇਸ ਤਰੀਕੇ ਦੇ ਨਾਲ ਬਾਹਰਲੇ ਜਿਹੜੇ ਲੋਕ ਨੇ, ਕਵੀ ਜੀ ਕਹਿੰਦੇ ਨੇ ਕਿ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਦਾਨ ਲੈ ਰਹੇ ਨੇ। ਇਸ ਤੋਂ ਇਲਾਵਾ ਜਿਹੜੇ ਸਤਿਗੁਰਾਂ ਦੇ ਸਿੱਖ ਸੇਵਕ ਨੇ ਉਹ ਵੀ ਜੈ ਜੈਕਾਰ ਨੂੰ ਉਚਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਨੇ। ਕਹਿਣ ਲੱਗ ਕਹੋ ਮਹਿਦ ਉਤਸਾਹ, ਸਭਨ ਹਿਰਦੈ ਆਨੰਦ ਬਿਲੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੱਥੋਂ ਤੱਕ ਮੈਂ ਐਸੇ ਉਤਸ਼ਾਹ ਦਾ, ਖੁਸ਼ੀ ਦਾ ਵਰਣਨ ਕਰਾਂ। ਸਾਰਿਆਂ ਦੇ ਹਿਰਦੇ ਦੇ ਵਿੱਚ ਵੱਡਾ ਆਨੰਦ ਹੈ। ਚਿਰ ਜੀਵੋ ਆਸ਼ਿਕ ਮੁਖ ਪਾਖਤ, ਚਿਰੰਕਾਲ ਕੇ ਚਾਹਤ ਨੰਦ। ਕਵੀ ਜੀ ਲਿਖਦੇ ਨੇ ਕਿ ਜਿਹੜਾ ਵੀ ਆਉਂਦਾ ਹੈ ਇਹੀ ਕਹਿੰਦਾ ਹੈ ਕਿ ਚਿਰ ਜੀਵੀ ਹੋਵੇ ਤੁਹਾਡਾ ਪੁੱਤਰ। ਬੜੇ ਚਿਰ ਦੀ ਤੁਹਾਨੂੰ ਆਪਣੇ ਪੁੱਤਰ ਦੀ ਚਾਹ ਸੀ। ਪੂਰਨ ਆਸ ਕੀਨ ਗੁਰ ਨਾਨਕ, ਪਿਖੋ ਦ੍ਰਿਗਣ ਤੇ ਨਿਤ ਸੁਖ ਕੰਦ। ਸਾਰੇ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਨੋ ਕਿ ਤੁਹਾਡੀ ਆਸ਼ਾ ਨੂੰ ਪੂਰਨ ਕੀਤਾ ਹੈ। ਪਿਖੋ ਦ੍ਰਿਗਣ ਤੇ ਨਿਤ ਸੁਖ ਕੰਦ। ਸੁਖਾਂ ਦਾ ਜਿਹੜਾ ਮੇਘ ਤੁਹਾਡਾ ਪੁੱਤਰ ਹੈ, ਜਿਹੜਾ ਕਿ ਸੁਖਾਂ ਦਾ ਮੂਲ ਹੈ, ਇਸ ਨੂੰ ਮਾਨੋ ਕਿ ਤੁਸੀਂ ਹਮੇਸ਼ਾ ਆਪਣੀ ਅੱਖਾਂ ਦੇ ਨਾਲ ਦੇਖਦੇ ਰਹੋ। ਇਮ ਕਹਿ ਕਹਿ ਜਾਚਕ ਘਰ ਗਮਨੇ, ਸ੍ਰੀ ਅਰਜਨ ਕੋ ਸੁਜਸ ਪਨੰਦ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਜਿਹੜੇ ਜਾਚਕ ਸਨ, ਜਿਹੜੇ ਮੰਗਣ ਵਾਲੇ ਸਨ, ਉਹ ਮੁਰਾਦਾਂ ਨੂੰ ਪੂਰੀਆਂ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਬਿਆਨ ਕੀਤਾ। ਗ੍ਰਾਮ ਵਡਾਲੀ ਘਰ ਘਰ ਮੰਗਲ, ਕਰਤ ਹਰਖ ਪਰ ਗਣ ਨਰ ਨਾਰ। ਜਿਹੜਾ ਵਡਾਲੀ ਪਿੰਡ ਹੈ, ਉਸ ਪਿੰਡ ਦੇ ਵਿੱਚ ਘਰ ਘਰ ਦੇ ਵਿੱਚ ਮੰਗਲਾਚਾਰ ਹੋ ਰਿਹਾ।
ਸਾਰੇ ਦੇ ਸਾਰੇ ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਉਹ ਮਾਨੋ ਕਿ ਖੁਸ਼ੀਆਂ ਦੇ ਨਾਲ ਭਰੇ ਹੋਏ ਨੇ। ਜਾਮ ਦਿਵਸ ਜਬ ਚੜਿਓ ਆਨੰਦਤ ਬੁੱਢਾ ਸਾਹਿਬ ਸੰਤ ਉਦਾਰ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਇੱਕ ਪਹਿਰ ਦਿਨ ਚੜ ਗਿਆ ਤੇ ਉਸ ਵੇਲੇ ਮਾਨੋ ਕਿ ਬਾਬਾ ਬੁੱਢਾ ਜੀ ਨੂੰ ਖਬਰ ਮਿਲੀ ਹੈ, ਔਰ ਉਹ ਜਿਹੜੇ ਬਾਬਾ ਬੁੱਢਾ ਜੀ ਉਦਾਰ ਸੰਤ ਦਾ ਰੂਪ ਨੇ। ਲੈ ਗੁਰਦਾਸ ਸੰਗ ਤਵ ਆਇਓ ਦਰਸ਼ਨ ਕਾਰਨ ਗੁਰ ਦਰਬਾਰ। ਬਾਬਾ ਬੁੱਢਾ ਜੀ ਨੇ ਭਾਈ ਗੁਰਦਾਸ ਜੀ ਨੂੰ ਆਪਣੇ ਨਾਲ ਲਿਆ ਹੈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਦਰਬਾਰ ਦਾ ਤੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਦੇ ਸਮੇਤ ਪਹੁੰਚੇ। ਉਤ ਸਭ ਅਦਕ ਕੋਲਾਹਲ ਹੋਵਤ ਲਗ ਦੁੰਦਪ ਕੀ ਧੁਨ ਸੁਣ ਚਾਰ। ਜਦੋਂ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਪਹੁੰਚੇ ਨੇ ਤੇ ਉਹਨਾਂ ਨੇ ਆਣ ਕੇ ਦੇਖਿਆ ਕਿ ਬੜਾ ਵੱਡਾ ਉਤਸਵ ਹੋ ਰਿਹਾ ਹੈ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਬੜਾ ਖੁਸ਼ੀਆਂ ਦਾ ਸ਼ੋਰ ਸ਼ਰਾਬਾ ਹੈ, ਜਿਸ ਸ਼ੋਰ ਸ਼ਰਾਬੇ ਦੇ ਵਿੱਚ ਛੋਟੇ ਧੌਂਸੇ ਵੱਜ ਰਹੇ ਨੇ। ਇਸ ਤੋਂ ਇਲਾਵਾ ਬਹੁਤ ਸਾਰੇ ਸਾਜ਼ ਵਜਾਏ ਜਾ ਰਹੇ ਨੇ। ਪੁੱਤਰ ਜਨਮ ਗੁਰ ਘਰ ਮੈਂ ਹੋਇਓ ਸੁਣਤ ਆਨੰਦਤ ਦਰਸ਼ਨ ਕੀਨ। ਪੁੱਤਰ ਦਾ ਜਨਮ ਹੋਇਆ ਹੈ ਗੁਰੂ ਦੇ ਗ੍ਰਹਿ ਦੇ ਵਿਖੇ। ਇਸ ਤਰ੍ਹਾਂ ਸੁਣ ਕੇ ਮਾਨੋ ਕਿ ਸਾਰਿਆਂ ਦੇ ਮਨ ਦੇ ਵਿੱਚ ਚਾਹ ਹੋਇਆ ਹੈ। ਇਸੇ ਤਰ੍ਹਾਂ ਦਾ ਚਾਹ ਬਾਬਾ ਬੁੱਢਾ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਵੀ ਹੋਇਆ ਹੈ ਤੇ ਉਹ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ ਨੇ। ਹਾਥ ਬੰਦ ਪਦ ਬੰਧਨ ਕਰਕੇ ਬਹੁਰ ਵਧਾਈ ਦਈ ਪ੍ਰਵੀਨ। ਦੋਵਾਂ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਹੱਥ ਜੋੜ ਕੇ ਨਮਸਕਾਰ ਕੀਤੀ ਹੈ ਤੇ ਫਿਰ ਕਹਿੰਦੇ ਨੇ ਕਿ ਪ੍ਰਵੀਨ ਦੋਵਾਂ ਸਿਆਣਿਆਂ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਸ ਤਰੀਕੇ ਦੇ ਨਾਲ ਵਧਾਈ ਦਿੱਤੀ। ਕਹਿੰਦੇ ਨੇ ਚਿਰੰਜੀਵ ਥੀਵੋ ਕੁਲ ਭੂਖਣ ਸੁਜਸ ਅਦੂਖਣ ਬਲ ਮੈਂ ਪੀਨ। ਕਹਿੰਦੇ ਨੇ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡਾ ਪੁੱਤਰ ਚਿਰੰਜੀਵੀ ਹੋਵੇ, ਲੰਮੀ ਉਮਰਾਂ ਦਾ ਮਾਲਕ ਹੋਵੇ, ਔਰ ਕਹਿੰਦੇ ਨੇ ਕਿ ਕੁਲ ਦਾ ਗਹਿਣਾ ਬਣੇ। ਇਹਦਾ ਜਿਹੜਾ ਜਸ ਹੈ ਨਾ ਉਹ ਮਾਨੋ ਕਿ ਦੋਸ਼ਾਂ ਤੋਂ ਰਹਿਤ ਹੋਵੇ, ਬਲ ਦੇ ਵਿੱਚ ਬਹੁਤ ਜ਼ਿਆਦਾ ਬਲਵਾਨ ਹੋਵੇ। ਰਾਜ ਸਾਜ ਐਸ਼ਵਰਜ ਸਮਾਜੂ ਜੋਗ ਭੋਖ ਦੋਇਨ ਸੁਖ ਲੀਨ। ਰਾਜ ਦੇ ਵਿੱਚ, ਸਾਜ ਦੇ ਵਿੱਚ, ਐਸ਼ਵਰਜ ਦੇ ਵਿੱਚ, ਸਮਾਜ ਦੇ ਵਿੱਚ, ਜੋਗ ਦੇ ਵਿੱਚ, ਭੋਗ ਦੇ ਵਿੱਚ, ਮਾਨੋ ਕਿ ਹਰ ਇੱਕ ਜਗ੍ਹਾ ਦੇ ਉੱਤੇ ਇਹਨੂੰ ਸੁਖਾਂ ਦੀ ਪ੍ਰਾਪਤੀ ਹੋਵੇ। ਸ੍ਰੀ ਅਰਜਨ ਬ੍ਰਿਧ ਕੋ ਬੜ ਆਦਰ ਮ੍ਰਿਦਲ ਬਾਕ ਕਹਿ ਕੀਨ ਮਹਾਨ। ਜਦੋਂ ਬਾਬਾ ਬੁੱਢਾ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਕੀਤਾ ਔਰ ਮਿੱਠੇ ਲਫ਼ਜ਼ਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਇਸ ਤਰ੍ਹਾਂ ਆਖਿਆ। ਕਹਿੰਦੇ ਨੇ ਸ੍ਰੀ ਨਾਨਕ ਕੇ ਸੇਵਕ ਤੁਮ ਹੋ ਹਰਖ ਸ਼ੋਕ ਮੈਂ ਬ੍ਰਿਤੀ ਸਮਾਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ ਕਿ ਖੁਸ਼ੀ ਦੇ ਵਿੱਚ ਤੇ ਗਮੀ ਦੇ ਵਿੱਚ ਤੁਹਾਡੀ ਜਿਹੜੀ ਬਿਰਤੀ ਹੈ ਨਾ ਉਹ ਇੱਕੋ ਜਿਹੀ ਰਹਿੰਦੀ ਹੈ। ਔਰ ਇਸ ਤੋਂ ਇਲਾਵਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਤੁਸੀਂ ਦਰਸ਼ਨ ਕੀਤਾ ਹੈ, ਉਹਨਾਂ ਦੇ ਸੇਵਕ ਰਹੇ। ਭਾਸਮ ਬਿਖੈ ਪਾਵਕ ਜਿਮ ਛਪ ਰਹਿ ਸਕਲ ਕਲਾ ਜੁਤ ਪੂਰਨ ਗਿਆਨ। ਇਸ ਤੋਂ ਇਲਾਵਾ ਸਤਿਗੁਰਾਂ ਨੇ ਬਚਨ ਕੀਤਾ ਕਿ ਜਿਹੜੇ ਤਰੀਕੇ ਦੇ ਨਾਲ ਸਵਾਹ ਦੇ ਵਿੱਚ ਅਗਨੀ ਛੁਪੀ ਰਹਿੰਦੀ ਹੈ, ਇਸੇ ਤਰੀਕੇ ਦੇ ਨਾਲ ਮਾਨੋ ਕਿ ਤੁਸੀਂ ਕਲਾ ਵਾਲੇ ਹੋ, ਸਾਰੀਆਂ ਸ਼ਕਤੀਆਂ ਦੇ ਮਾਲਕ ਹੋ ਔਰ ਪੂਰਨ ਗਿਆਨ, ਤੁਹਾਨੂੰ ਪੂਰਨ ਗਿਆਨ ਦੀ ਪ੍ਰਾਪਤੀ। ਬਚਨ ਅਮਿਟ ਦੁੱਖ ਕਟੈ ਬਿਕਟ ਜੋ ਧਨ ਧਨ ਤੁਮ ਵੱਡੇ ਸੁਜਾਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਬਾਬਾ ਜੀ ਤੁਹਾਡੇ ਕਹੇ ਹੋਏ ਬਚਨ ਅਮਿਟ ਨੇ, ਜਿਨ੍ਹਾਂ ਨੂੰ ਦੁਨੀਆ ਦੀ ਕੋਈ ਵੀ ਤਾਕਤ ਮੇਟ ਨਹੀਂ ਸਕਦੀ। ਇਸ ਤੋਂ ਇਲਾਵਾ ਜਿਹੜਾ ਵੀ ਤੁਹਾਡੀ ਸ਼ਰਨ ਦੇ ਵਿੱਚ ਪੈਂਦਾ ਹੈ ਉਸ ਦੇ ਵੱਡੇ ਦੁੱਖਾਂ ਨੂੰ ਤੁਸੀਂ ਕੱਟ ਦਿੰਦੇ ਹੋ। ਧੰਨ ਧੰਨ ਤੁਮ ਵੱਡੇ ਸੁਜਾਨ। ਹੇ ਬਾਬਾ ਬੁੱਢਾ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਤੁਸੀਂ ਬਹੁਤ ਹੀ ਵੱਡੀ ਸ੍ਰੇਸ਼ਟ ਬੁੱਧੀ ਦੇ ਮਾਲਕ ਹੋ। ਰਾਵਰ ਬਰ ਪ੍ਰਤਾਪ ਇਹ ਹੋਵਾ
दीन सदासी को सुख दान। इस तो इलावा सतगुरु अर्जन देव सच्चे पातशाह जी ने बचन किया है कि हे बाबा जी, तुहाडे प्रताप दे नाल, तुहाडी कृपा दे नाल इस पुत्र ने जन्म लिया है। दीन सदासी को सुखदान। गंगा नू हे बाबा जी तुसी अपनी दासी जान के सुखां दा दान दिता है। जिस पर कृपा करो हित ठानो, तिसके चार पदार्थ पाण। सतगुरु जी कहंदे ने कि हे बाबा जी, जिदे ते तुसी कृपा करदे हो, जिदे नाल तुसी हित करदे हो, जिदे नाल प्यार करदे हो, ओनू चार पदार्थ दे देंदे हो। और चार पदार्थ विद्वानां दे अनुसार ये मन्ने गए हैं, धर्म, अर्थ, काम ते मोक्ष। कहंदे ने कि जिदे ते कृपा करदे हो ओनू चार पदार्थ बख्श देंदे हो। तप में प्रीत तपो तप दीरग, गुर सिखियन में मुखी महान। गुरु जी कहंदे ने कि तप करन दे विच तुहाडी प्रीति है, इस करके तुसी वड्डा तप तापदे हो। गुर सिखां दे विच सारियां तो मुखी महान हो। तुमरी महिमा कौन सकै कह, संत रूप परमेश्वर मान। सतगुरु अर्जन देव सच्चे पातशाह जी कहंदे ने कि हे बाबा बुढ़ा जी, तुहाडी महिमा कोई भी कह नहीं सकता, तुसी संत स्वरूप हो। और इस तो इलावा जे ये कह लीए कि परमेश्वर दा रूप हो तां भी कोई अत कथनी नहीं होगी। सुन गोरदास गुरु के बाकन, सन्मानत बोलियो कर बंद। ग्रंथाकार भाई संतोख सिंह जी लिखते ने कि जदों सतगुरु अर्जन देव सच्चे पातशाह जी ने बाबा बुढ़ा जी की सिफत दे विच इस तरह के बचन किए, उस वेले लागों ही भाई गुरदास जी ने भी फिर उस वेले हथ जोड़ के सतगुरां दे चरणां दे विच बेनती की। कहंदे ने सत कहत सर्वग प्रभु तुम, पूर्ण सब गुण ज्ञान बिलंद। मानो के भाई गुरदास जी ने सतगुरु सच्चे पातशाह जी दे बचनां दी पुष्टि की है, शादी दी है। भाई गुरदास जी कहंदे ने सच्चे पातशाह तुसी सच्चे बचन कहंदे हो, हे प्रभु तुम पूर्ण सब गुण ज्ञान बिलंद। हे प्रभु, हे सतगुरु सच्चे पातशाह जी तुसी सच्चो सच बयान किया है, मानो के वड्डे ज्ञान दे मालक ने बाबा जी। पंच गुरन के दर्शन पर से, सेवा कीन सलीन आनंद। भाई गुरदास जी कहंदे ने सच्चे पातशाह वाक्या जो भी तुसी बयान किया है ये सच वाकयात है। पंजे गुरु साहबाना दे भाव के सतगुरु नानक देव सच्चे पातशाह जी तो लैके हे सतगुरु सच्चे पातशाह जी तुहाडे तक इन्हां ने पंजे गुरुआं दे दर्शनां नूं कीता है और सेवा करके आनंद लिया है। सर्व प्रसन्न भये हैं इन पर, अपर न जनियत एहन मनिंद। मानो के सारे दे सारे गुरु साहब इन्हां दे उत्ते हमेशा प्रसन्न रहे ने। अपर न जनियत इना मनिंद, इन्हां दे वर्गा होर कोई भी जानिया नहीं जा सकता। इम बृद के गुण बृद पाने, तब रहत भये सिर सतगुर पास। कवि जी लिखते ने कि इस तरीके दे नाल बिरद दे गुण बिरद बने ने। कहण तो भाव है कि बाबा बुढ़ा जी दे गुण ज्यादा तो ज्यादा दोवां ने बयान किए ने, सतगुरु अर्जन देव सच्चे पातशाह जी ने और दूसरे पासे भाई गुरदास ने। इस तरह कह कहा के कवि जी लिखते ने कि फिर दोवें दे दोवें उथे ठहर गए। रामदासपुर में सुध पहुंची, गोरे अर्जन के पुत्र प्रकाश। और दूसरे पासे कवि जी कहते ने कि रामदासपुरे दे विच भाव के अमृतसर दे विच भी ये खबर पहुंची है कि सतगुरु अर्जन देव सच्चे पातशाह जी दे ग्रह दे विखे पुत्र ने जन्म लिया। सुंदर वस्त्र विभूषण पहरे, नर नारन ताजे अपन आवास। सुंदर गहणियां नूं ते सुंदर कपड़ियां नूं पहन के सारे दे सारे इस्त्रियां पुरुष आपो अपने घरां नूं छड्ड के वडाली दे वल चल पैन। भेट जथो चित लै सब गमने, चित संचोप धरे और हलास। मानो के जथा जोग सारियां ने भेटा लई है
ਔਰ ਸਾਰੇ ਦੇ ਸਾਰੇ ਸਮੇਤ ਚੌਂਕਦੇ, ਸਮੇਤ ਖੁਸ਼ੀ ਦੇ ਹੁਲਾਸ ਦੇ ਚੱਲ ਪੈਣ। ग्राम वडाली धाम गुरु के आन प्रवेशे उत्सव होत। ਸਾਰੇ ਦੇ ਸਾਰੇ ਵਡਾਲੀ ਪਿੰਡ ਦੇ ਵਿੱਚ ਗੁਰੂ ਜੀ ਦੇ ਘਰ ਦੇ ਵਿੱਚ ਗਏ ਨੇ ਔਰ ਬਹੁਤ ਵੱਡਾ ਉਸ ਵੇਲੇ ਉਤਸਵ ਮਨਾਇਆ ਗਿਆ, ਖੁਸ਼ੀਆਂ ਮਨਾਈਆਂ ਗਈਆਂ। ਭਨਤ ਵਧਾਈ ਅਰਪ ਉਪਾਇਨ ਪਾਇਨ ਪਰੈ ਆਨੰਦ ਅਦੋਤ। ਸਾਰੇ ਦੇ ਸਾਰੇ ਵਧਾਈ ਦਾ ਸ਼ਬਦ ਕਹਿੰਦੇ ਨੇ ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖਦੇ ਨੇ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਕੇ ਆਨੰਦ ਲੈਂਦੇ ਨੇ। ਆਦਿਕ ਜਤਨ ਤੇ ਨੰਦਨ ਉਪਜਿਓ ਚਿਰ ਜੀਵੀ ਹੋਏ ਸ੍ਰੀ ਗੁਰ ਜੋਤ। ਸਾਰੇ ਦੇ ਸਾਰੇ ਕਹਿੰਦੇ ਨੇ ਕਿ ਵੱਡੇ ਯਤਨ ਦੇ ਨਾਲ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਘਰ ਦੇ ਵਿੱਚ ਸੁਪੁੱਤਰ ਨੇ ਜਨਮ ਲਿਆ ਹੈ, ਚਿਰੰਜੀਵੀ ਹੋਵੇ, ਲੰਮੀ ਉਮਰਾਂ ਦਾ ਮਾਲਕ ਹੋਵੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਤੁਹਾਡੀ ਜੋਤ ਹਮੇਸ਼ਾ ਜਗਦੀ ਰਹੇ। ਚਾਹਤ ਸੁਤ ਚਿਤ ਚਿੰਤ ਉਦਤ ਵਤ ਅਸ ਗੰਗਾ ਤਿਸ ਕੇ ਪੋਤ। ਮਾਨੋ ਕਿ ਮਾਤਾ ਗੰਗਾ ਜੀ ਦੀ ਜਿਹੜੀ ਚਾਹ ਸੀ ਪੁੱਤਰ ਪੈਦਾ ਹੋਣ ਦੀ, ਉਹ ਮਾਨੋ ਕਿ ਇੱਕ ਵੱਡੇ ਸਮੁੰਦਰ ਵਰਗੀ ਸੀ, ਇੰਨੀ ਵੱਡੀ ਚਿੰਤਾ ਸੀ। ਪਰ ਕਹਿੰਦੇ ਨੇ ਕਿ ਹੁਣ ਇਹਨਾਂ ਦਾ ਜਨਮ ਹੋਇਆ ਹੈ ਤੇ ਮਾਨੋ ਕਿ ਮਾਤਾ ਗੰਗਾ ਜੀ ਨੂੰ ਇਹ ਮਾਨੋ ਕਿ ਉਸ ਚਿੰਤਾ ਵਰਗੇ ਸਮੁੰਦਰ ਤੋਂ ਪਾਰ ਉਤਾਰਾ ਕਰਨ ਦਾ ਇੱਕ ਜਹਾਜ਼ ਬਣ ਕੇ ਕੰਮ ਕੀਤਾ ਹੈ। ਰਾਮਦਾਸਪੁਰ ਕੀ ਸਭ ਨਾਰੀ ਮਿਲ ਬਾਲਕ ਅਵਲੋਕਨ ਚਾਹ। ਕਵੀ ਜੀ ਕਹਿੰਦੇ ਨੇ ਕਿ ਰਾਮਦਾਸਪੁਰੇ ਤੋਂ ਜਿੰਨੀਆਂ ਵੀ ਔਰਤਾਂ ਆਈਆਂ ਨੇ ਉਹ ਮਾਨੋ ਕਿ ਹੁਣ ਬਾਲਕ ਨੂੰ ਦੇਖਣਾ ਚਾਹੁੰਦੀਆਂ ਨੇ। ਤਿਸ ਘਰ ਕੇ ਦਰ ਪਰ ਹੋਏ ਠਾਂਡੀ ਨਮੋ ਕੀਨ ਔਰ ਬਹੁ ਉਤਸਾਹ। ਉਸ ਘਰ ਦੇ ਦਰਵਾਜ਼ੇ ਦੇ ਸਾਹਮਣੇ ਖਲੋਤੀਆਂ ਨੇ। ਕਹਿਣ ਤੋਂ ਭਾਵ ਹੈ ਕਿ ਉਸ ਕਮਰੇ ਦੇ ਬਾਹਰ ਦਰਵਾਜ਼ੇ ਦੇ ਖਲੋਤੀਆਂ ਨੇ ਜਿਸ ਜਗ੍ਹਾ ਦੇ ਉੱਤੇ ਮਾਤਾ ਗੰਗਾ ਜੀ ਉਸ ਕਮਰੇ ਦੇ ਵਿੱਚ ਨੇ ਔਰ ਉਹਨਾਂ ਦੀ ਗੋਦੀ ਦੇ ਵਿੱਚ ਬਾਲਕ ਰੂਪ ਦੇ ਵਿੱਚ ਹਰਗੋਬਿੰਦ ਨੇ। ਕਹਿੰਦੇ ਨੇ ਕਿ ਬੜਾ ਉਤਸ਼ਾਹ ਮਨਾਇਆ ਔਰ ਹੁਣ ਉਹ ਚਾਹੁੰਦੀਆਂ ਨੇ ਕਿ ਸਾਹਿਬਜ਼ਾਦੇ ਦਾ ਦਰਸ਼ਨ ਹੋਵੇ। ਸਾਹਿਬਜ਼ਾਦੇ ਕੋ ਸ਼ੁਭ ਦਰਸ਼ਨ ਦੇਖ ਰਾਵੋ ਕਹਿ ਪ੍ਰੇਮ ਉਮਾਹ। ਪ੍ਰੇਮ ਦਾ ਪ੍ਰਗਟਾਵਾ ਕਰਕੇ ਹੁਣ ਉਹ ਜਿਹੜੀਆਂ ਔਰਤਾਂ ਆਈਆਂ ਨੇ ਰਾਮਦਾਸਪੁਰੇ ਦੇ ਵਿੱਚੋਂ, ਉਹ ਕਹਿੰਦੀਆਂ ਨੇ ਕਿ ਕਿਰਪਾ ਕਰਕੇ ਹੁਣ ਸਾਨੂੰ ਸਾਹਿਬਜ਼ਾਦੇ ਦਾ ਦਰਸ਼ਨ ਦਿਖਾ ਦਿੱਤਾ ਜਾਵੇ। ਧਾਏ ਲਿਓ ਸਿਸ ਦੋਨੋਂ ਕਰ ਪਰ ਦੇਖ ਦੇਖ ਕਰ ਬਲ ਬਲ ਜਾਏ। ਫੇਰ ਜਿਹੜੀ ਦਾਈ ਹੈ ਉਸਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਗੋਦੀ ਦੇ ਵਿੱਚ ਪਾ ਕੇ ਬਾਹਰ ਲਿਆਂਦਾ ਹੈ, ਦੋਵਾਂ ਹੱਥਾਂ ਦੇ ਵਿੱਚ ਰੱਖਿਆ ਹੈ ਤੇ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਦਰਸ਼ਨ ਦਿਖਾਇਆ। ਦੇਖ ਦੇਖ ਕੇ ਸਾਰੀਆਂ ਉਸ ਵੇਲੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਈਆਂ। ਸਭ ਨਾਰਨ ਸੋ ਗੰਗ ਉਚਾਰਤ ਹੇ ਪ੍ਰਿਆ ਸਖੀ ਸੁਣੋ ਮਨ ਲਾਏ। ਫਿਰ ਸਾਰੀਆਂ ਔਰਤਾਂ ਨੂੰ ਮਾਤਾ ਗੰਗਾ ਜੀ ਕਹਿੰਦੇ ਨੇ ਕਿ ਹੇ ਪ੍ਰਿਯ ਸਖੀਓ ਸੁਣੋ ਮਨ ਲਾਏ, ਮੇਰੀ ਗੱਲ ਨੂੰ ਸੁਣੋ ਮਨ ਲਾ ਕੇ। ਬੁੱਢੇ ਸਾਹਿਬ ਦੇ ਹਮਕੋ ਬਰ ਕਰਿਓ ਨਿਹਾਲ ਭਇਓ ਸੁਖਦਾਏ। ਮਾਤਾ ਗੰਗਾ ਜੀ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਨੇ ਮੈਨੂੰ ਵਰਦਾਨ ਦਿੱਤਾ, ਜਿਨ੍ਹਾਂ ਦੀ ਕਿਰਪਾ ਦੇ ਨਾਲ ਬਾਲਕ ਨੇ ਜਨਮ ਲਿਆ ਤੇ ਮੈਂ ਨਿਹਾਲ ਹੋ ਗਈ। ਕੁਲ ਭੂਖਣ ਸਭ ਘਰ ਕੋ ਦੀਪਕ ਸੁੰਦਰ ਸੁਤ ਐਸੋ ਅਬ ਪਾਏ। ਕੁਲ ਦਾ ਗਹਿਣਾ, ਸਾਰੇ ਘਰ ਦਾ ਦੀਵਾ, ਸੁੰਦਰ ਪੁੱਤਰ ਮੈਨੂੰ ਹੁਣ ਪ੍ਰਾਪਤ ਹੋਇਆ। ਕਰ ਦਰਸ਼ਨ ਸੁੰਦਰ ਸਿਸ ਕੇਰਾ ਅਦਕ ਸਰਾਹਤ ਰੂਪ ਵਿਸਾਲ। ਕਵੀ ਜੀ ਕਹਿੰਦੇ ਨੇ ਕਿ ਜਦੋਂ ਸਾਰੀਆਂ ਨੇ ਦਰਸ਼ਨ ਸੁੰਦਰ ਕੀਤਾ ਬਾਲਕ ਦਾ, ਸਾਰੀਆਂ ਨੇ ਬਹੁਤ ਹੀ ਜ਼ਿਆਦਾ ਸ਼ਲਾਘਾ ਕੀਤੀ ਕਿ ਵੱਡਾ ਸੁੰਦਰ ਰੂਪ ਦਾ ਮਾਲਕ ਬਾਲਕ ਹੈ। ਬ੍ਰਿਧ ਕੇ ਬਰ ਤੇ ਬ੍ਰਿਧ ਹੋਏ ਬੈ ਆਸ਼ਿਕ ਦੇਤ ਪ੍ਰੇਮ ਕੇ ਨਾਲ। ਹੁਣ ਜਿਹੜੀਆਂ ਔਰਤਾਂ ਨੇ ਉਹ ਕਹਿੰਦੀਆਂ ਨੇ ਕਿ ਬੁੱਢੇ ਦੇ ਵਰ ਦੇ ਨਾਲ ਪੈਦਾ ਹੋਇਆ, ਇਸ ਕਰਕੇ ਮਾਨੋ ਕਿ ਬੁੱਢਾ ਹੋਏ, ਭਾਵ ਕਿ ਲੰਮੀ ਉਮਰਾਂ ਇਹਦੀ ਹੋਵੇ। ਆਸ਼ਿਕ ਦੇਤ ਪ੍ਰੇਮ ਕੇ ਨਾਲ, ਇਸ ਤਰ੍ਹਾਂ ਦੀਆਂ ਅਸੀਸਾਂ ਪ੍ਰੇਮ ਦੇ ਨਾਲ ਦਿੰਦੀਆਂ ਨੇ। ਗੁਰੂ ਦੇਗ ਕੋ ਭੋਜਨ ਅਚ ਸਭ ਰਾਮਦਾਸਪੁਰ ਕੇ ਮਗ ਚਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ
ਗੁਰੂ ਦੇਵ ਜੀ ਦੇ ਲੰਗਰ ਦੇ ਵਿੱਚੋਂ ਸਾਰਿਆਂ ਨੇ ਪ੍ਰਸ਼ਾਦ ਪਾਣੀ ਛਕਿਆ ਹੈ ਤੇ ਰੱਜ ਕੇ ਫਿਰ ਰਾਮਦਾਸਪੁਰੇ ਦੇ ਵੱਲ ਸਾਰੇ ਚਲੇ ਗਏ ਨੇ, ਜਿਹੜੇ ਕਿ ਵਧਾਈ ਦੇਣ ਦੇ ਵਾਸਤੇ ਪਹੁੰਚੇ ਸਨ। ਸੋ ਜਸ ਪਰਸ ਪਰ ਉਚਰਤ ਹਿਤ ਤਰ, ਪਹੁੰਚੇ ਸਦਨ ਨਾਰ ਨਰ ਜਾਲਾ। ਸੋ ਜਸ ਨੂੰ ਪਰਸ ਪਰ ਕਹਿੰਦੇ ਕਹਿੰਦੇ ਹਿੱਤ ਦੇ ਨਾਲ ਆਪੋ ਆਪਣੇ ਘਰਾਂ ਦੇ ਵਿੱਚ ਸਾਰੇ ਇਸਤਰੀਆਂ ਪੁਰਸ਼ ਚਲੇ ਗਏ। ਪੁਨ ਸ੍ਰੀ ਗੁਰ ਸੰਗ ਬੁੱਢਾ ਬੋਲਿਓ, ਬਾਲਕ ਦਰਸ਼ਨ ਦਿਓ ਦਿਖ ਰਾਏ। ਹੁਣ ਬਾਬਾ ਬੁੱਢਾ ਜੀ ਆਏ ਸਨ ਦਰਸ਼ਨ ਕਰਨ ਦੇ ਵਾਸਤੇ, ਪਰ ਅਜੇ ਸਤਿਗੁਰਾਂ ਦੇ ਲਾਗੇ ਹੀ ਬੈਠੇ ਸਨ। ਉਹਨਾਂ ਨੇ ਵੀ ਮਾਨੋ ਕਿ ਬਾਲਕ ਦਾ ਦਰਸ਼ਨ ਨਹੀਂ ਸੀ ਕੀਤਾ। ਹੁਣ ਬਾਬਾ ਬੁੱਢਾ ਜੀ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਕਹਿੰਦੇ ਨੇ ਬਾਲਕ ਦਰਸ਼ਨ ਦਿਓ ਦਿਖਰਾਏ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਬਾਲਕ ਦਾ ਦਰਸ਼ਨ ਦਿਖਾ ਦਿਓ। ਮਹਿਦ ਲਾਲਸਾ ਮਨ ਮੈਂ ਮੇਰੇ, ਮਾਤ ਗਰਭ ਤੇ ਪਾ ਚਿਤ ਚਾਏ। ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਵੱਡੀ ਲਾਲਸਾ ਹੈ ਉਸ ਬਾਲਕ ਨੂੰ ਦੇਖਣ ਦੀ ਮੇਰੇ ਮਨ ਦੇ ਵਿੱਚ, ਮਾਤ ਗਰਭ ਤੇ ਪਾ ਚਿਤ ਚਾਏ। ਕਹਿੰਦੇ ਨੇ ਕਿ ਦਰਸ਼ਨ ਦੀ ਚਾਓ ਭਰੀ ਲਾਲਸਾ ਸ੍ਰੀ ਮਾਤਾ ਜੀ ਦੇ ਗਰਭ ਧਾਰਨ ਤੋਂ ਲੈ ਕੇ ਹੀ ਮੇਰੇ ਅੰਦਰ ਤਿਵਰ ਰਹੀ। ਜਿਨ ਕੇ ਕਾਰਨ ਭਾਏ ਸ਼ਗਨ ਸ਼ੁਭ, ਪਿੱਖੇ ਅਚਾਨਕ ਮੈਂ ਬਿਸਮਾਏ। ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਵਾਸਤੇ ਇੰਨੇ ਚੰਗੇ ਸ਼ਗਨ ਹੋਏ ਸਨ ਕਿ ਜਿਨ੍ਹਾਂ ਸ਼ਗਨਾਂ ਨੂੰ ਅਚਾਨਕ ਦੇਖ ਕੇ ਮੈਂ ਵੀ ਹੈਰਾਨ ਹੋ ਗਿਆ ਹਾਂ, ਉਹਨਾਂ ਦਾ ਮੈਨੂੰ ਦਰਸ਼ਨ ਕਰਾਓ। ਜੇਸੇਤ ਜਨਨੀ ਭਈ ਨਮਰਤਾ, ਅਨਕ ਜਤਨ ਤੇ ਅਬ ਸੁਤ ਪਾਏ। ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਕਿ ਮੈਂ ਉਸ ਬਾਲਕ ਦਾ ਦਰਸ਼ਨ ਕਰਨਾ ਚਾਹੁੰਦਾ ਹਾਂ ਜਿਹਦੇ ਹਿੱਤ ਦੇ ਵਾਸਤੇ, ਜਿਹਦੀ ਪ੍ਰਾਪਤੀ ਦੇ ਵਾਸਤੇ ਉਸ ਦੀ ਜਨਨੀ ਨੇ ਮਾਨੋ ਕਿ ਬੜੀ ਨਿਮਰਤਾ ਨੂੰ ਧਾਰਨ ਕੀਤਾ ਸੀ ਔਰ ਅਨੇਕਾਂ ਯਤਨ ਦੇ ਬਾਅਦ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਪ੍ਰਾਪਤੀ ਹੋਈ। ਸ੍ਰੀ ਅਰਜਨ ਕਹਿਤਾਏ ਹਕਾਰੀ, ਲੇਹੁ ਬ੍ਰਿਧ ਕੋ ਸੰਗ ਸਿਧਾਰ। ਜਦੋਂ ਬਾਬਾ ਬੁੱਢਾ ਜੀ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ, ਉਸੇ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦਾਈ ਨੂੰ ਬੁਲਾਇਆ ਹੈ ਔਰ ਕਹਿੰਦੇ ਨੇ ਲੇਹੁ ਬ੍ਰਿੰਦ ਕੋ ਸੰਗ ਸਿਧਾਰ। ਦਾਈ ਨੂੰ ਬੁਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਨੂੰ ਆਪਣੇ ਨਾਲ ਲੈ ਕੇ ਅੰਦਰ ਚਲੇ ਜਾਓ, ਸੁੰਦਰ ਬਾਲਕ ਦਾ ਇਹਨਾਂ ਨੂੰ ਜਾ ਕੇ ਦਰਸ਼ਨ ਕਰਾਓ। ਇਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ। ਕਿਸ ਤਰੀਕੇ ਦੇ ਨਾਲ ਬਾਬਾ ਬੁੱਢਾ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਾਲਕ ਦਾ ਦਰਸ਼ਨ ਕਰਨਗੇ, ਜਿਸ ਤਰ੍ਹਾਂ ਕਵੀ ਜੀ ਅੱਗੇ ਇਸ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी हो अनहार, हे संतः कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो ही परोय, याही कुल ते प्रगट हो ताही कुल को नाम, पुन द्वादश गोरिंड को मेरी है प्रणाम।